हुण देखो नेक्स्ट है अपने को वेरी इंपॉर्टेंट थ्योरम है, कहते प्रूव दैट द यूनियन ऑफ टू सबस्पेसिस इज अ सबस्पेस। हुण देखो आप पिछली थ्योरम च पढ़िया कि अगर कोई दो सबस्पेसिस है तो उन्होंने दोनों का यूनियन है वो सबस्पेस नहीं हो सकता, बट वो कह रहा है कि प्रूव करो कि ये दोनों का यूनियन द सबस्पेस भी अपने को सबस्पेस होएगा, बट उन्हें कंडीशन देती, कंडीशन ये देती है कि वन ऑफ देम इज ए सबसेट ऑफ द अदर। ਇਹਦਾ मतलब है कि अगर मैं W1 ਤੇ W2 दो सबस्पेस ले लेना अपने को VF ਤੇ ਉਹਨਾਂ ਦੋਨਾਂ ਦਾ ਯੂਨੀਅਨ ਉਹ ਵੀ सबस्पेस ਹੋਏਗਾ V ਦਾ, ਕਦੋਂ कि ਜਦੋਂ W1 W2 ਦਾ सबसेट होएगा या W2 या W1 ਦਾ सबसेट होएगा। वो कह रहा है कि अपने को ये सेट है, मान लो कि यह अपने को W1 अपने को होएगा, कह रहे कि यार W1 है, कंप्लीट W1 है, कहते कि जे अपने को W2 यूनियन W2 अपने को सबस्पेस ता होएगा जे अपने को W2 W1 का सबसेट होएगा, W2 इज अ सबसेट ऑफ W1, या अपने को W1 जिहड़ा हैगा है वो सबसेट होएगा W2 का। कंडीशन देती जी, ये कंडीशन दे नाल बहुत जे कंडीशन फुलफिल होगी ਤਾਂ ਹੀ अपने को कोई भी दो सबस्पेसिस है ਉਹਨਾਂ ਦਾ यूनियन सबस्पेस होएगा वैक्टर फील्ड ਦੇ। ਹੁਣ ਇਹੀ ਹੈ ਕਿ ਆਪਣੇ ਕੋ ਪ੍ਰੂਵ ਕਰਨਾ ਹੈ ਨਾਲ ਕੰਡੀਸ਼ਨ ਦੇ ਤੇ ਆਪਾਂ ਇਫ ਐਂਡ ਓਨਲੀ ਇਫ ਦੀ ਗੱਲ ਕੀਤੀ ਗਈ ਹੈ, ਇਟ ਮੀਨਸ ਕਿ ਇਹਦਾ ਕਨਵਰਸ ਪਾਰਟ ਵੀ ਕਰਨਾ ਹੈ। ਚਲੋ ਆਪਾਂ ਫਸਟ ਪਹਿਲੇ ਆਪਾਂ ਲੈ ਲੈਂਦੇ ਹਾਂ ਕਿ ਆਪਣੇ ਕੋ ਗਿਵਨ ਕੀ ਦਿੱਤਾ ਹੈ, ਕਿ ਗਿਵਨ ਇਹ ਦਿੱਤਾ ਹੈ कि W1 एंड W2 आर द सबस्पेस ऑफ वेक्टर फील्ड है। मैं ले लेना कि W1 ਤੇ W2 अपने को सबस्पेस है वेक्टर स्पेस अपने को VF ਦਾ, ਤੇ ਆਪਾਂ ਪ੍ਰੂਫ ਕੀ ਕਰਨਾ ਹੈ ਕਿ ਇਹਨਾਂ ਦੋਨਾਂ ਦਾ ਯੂਨੀਅਨ ਉਹਨੂੰ ਮੈਂ ਰਿਪਰੈਜ਼ੈਂਟ ਕਰਾਂ ਕੈਪੀਟਲ W ਦੇ ਨਾਲ, ਇਹਨਾਂ ਦੋਨਾਂ ਦਾ ਯੂਨੀਅਨ ਆਪਣੇ ਕੋਲ ਹੋਵੇ VF ਦਾ, मैं ये प्रूव करना है। हरमन अपना माइक ऑफ कर दो। ਤੇ ਨਾਲ ਹੀ ਉਹਨੇ ਗਿਵਨ ਕੀ ਦਿੱਤਾ ਹੈ ਕਿ ਆਪਾਂ ਸਬਸਪੇਸ ਪ੍ਰੂਵ ਕਰਨਾ ਹੈ। ਵੀ ਵਿਸ਼ ਹੈਵ ਟੂ ਪ੍ਰੂਵ, ਅਗਰ ਆਪਾਂ ਇਸ ਚੀਜ਼ ਨੂੰ ਸਬਸਪੇਸ ਪ੍ਰੂਵ ਕਰਨਾ ਹੈ ਤੇ ਉਹਦੇ ਲਈ ਸਾਨੂੰ ਕੀ ਪ੍ਰੂਵ ਕਰਨਾ ਪਏਗਾ, ਸਾਨੂੰ ਕੋ ਪ੍ਰੂਵ ਕਰਨਾ ਪੈਣਾ कि W1 इज अ सबसेट ऑफ W2, या ਆਪਾਂ ਇਹ ਪ੍ਰੂਵ ਕਰ ਦਈਏ ਜਾਂ ਆਪਾਂ W2 ਇਹਨੂੰ सबसेट बना दिए W1 ਦਾ। ਤੇ ਮੈਂ ਲੈ ਲੈਣਾ ਕਿ ਇਫ ਪੋਸੀਬਲ ਮੰਨ ਲਓ ਕਿ ਅਗਰ ਕਿ W1 ਤੇ W2 ਇੱਕ ਦੂਜੇ ਦੇ सबसेट नहीं ਹੈਗੇ, W1 इज नॉट अ सबसेट ऑफ W2, ना ही अपने को W2 इज अ सबसेट ऑफ W1। ਇਹਦਾ मतलब है कि W1 एक अलग सैट है तो W2 एक अलग सैट है। ਇਹਨਾਂ ਦੋਨਾਂ ਦੀ ਨਾਈਦਰ ਵਾਲੇ ਦਾ ਕੰਡੀਸ਼ਨ ਆ ਨਾਈਦਰ ਦੇ ਨੋਟ ਦਾ ਮਤਲਬ ਹੈ ਨਾ W1 ਇਜ਼ ਅ ਸਬਸੈਟ ਆਫ W2 ਨਾ ਹੀ W2 ਇਜ਼ ਅ ਸਬਸੈਟ ਆਫ W1। ਹੁਣ ਮੈਂ ਲੈ ਲੈਂਦਾ ਕਿ ਅਗਰ ਕੋਈ x ਐਲੀਮੈਂਟ W1 ਦੇ ਵਿੱਚ ਬਿਲੋਂਗ ਕਰ ਰਿਹਾ ਹੈ, ਇਹਦਾ ਮਤਲਬ ਹੈ ਕਿ x ਐਲੀਮੈਂਟ W2 ਨੂੰ ਬਿਲੋਂਗ ਨਹੀਂ ਕਰੇਗਾ, ਕਿਉਂ? ਕਿਉਂਕਿ ਉਹਦਾ ਸਬਸੈਟ ਹੀ ਨਹੀਂ ਹੈ। सबसेट का मतलब है कि अगर मैं x एलीमेंट ਇਹਦੇ ਵਿੱਚੋਂ ਲੈਣਾ ਹੈ ਤੇ ਉਹੀ x एलीमेंट ਇਹਦੇ ਵਿੱਚ ਵੀ ਹੋਏਗਾ, ਬਟ ਉਹ ਕਹਿ ਰਿਹਾ ਕਿ ਨਾਈਦਰ ਸਬਸੈਟ ਹੈ। ਇਹਦਾ मतलब है कि ਜੇ x एलीमेंट मैं W1 ਦੇ ਵਿੱਚੋਂ ਲੈ ਰਿਹਾ ਹਾਂ ਤੇ ਉਹ x एलीमेंट W2 ਦਾ ਪਾਰਟ ਨਹੀਂ ਹੋਏਗਾ। ਇਦਾਂ ਹੀ ਮੈਂ ਜੇ y एलीमेंट W2 ਦੇ ਵਿੱਚੋਂ ਲੈ ਰਿਹਾ ਹਾਂ ਤੇ ਉਹ y एलीमेंट W1 ਦਾ ਪਾਰਟ ਨਹੀਂ ਹੋਏਗਾ। ਤੇ ਜੇ ਆਪਣੇ ਕੋ x एलीमेंट W1 ਦਾ ਪਾਰਟ ਹੈ ਤੇ x ਬਿਲੋਂਗ ਕਰੇਗਾ W1 ਯੂਨੀਅਨ W2 ਨੂੰ, ਇਹ ਤਾਂ ਮੈਂ ਦੱਸ ਹੀ ਸਕਦਾ। ਹੁਣ ਮੰਨ ਲਓ ਕਿ ਆਪਣੇ ਕੋ ਆ W1 ਦੇ ਵਿੱਚ x ਹੈ, ਇਹਦੇ ਵਿੱਚ x ਐਲੀਮੈਂਟ ਹੈ, ਇਹਦੇ ਵਿੱਚ y ਐਲੀਮੈਂਟ ਹੈ, ਤੇ x ਜੇ W1 ਨੂੰ ਬਿਲੋਂਗ ਕਰ ਰਿਹਾ ਤੇ ਪੂਰਾ ਕੰਪਲੀਟ ਸੈਟ W1 ਯੂਨੀਅਨ W2 ਹੈ। ਕੰਪਲੀਟ ਸੈਟ W1 ਯੂਨੀਅਨ W2, ਜੇ x W1 ਨੂੰ ਬਿਲੋਂਗ ਕਰੇ ਤੇ x W1 ਯੂਨੀਅਨ W2 ਨੂੰ ਵੀ ਬਿਲੋਂਗ ਕਰ ਰਿਹਾ। अगर y W2 ਨੂੰ ਬਿਲੋਂਗ ਕਰ ਰਿਹਾ ਤੇ y ਆਪਣੇ ਕੋ W1 ਯੂਨੀਅਨ W2 ਨੂੰ ਵੀ ਬਿਲੋਂਗ ਕਰ ਰਿਹਾ। ਠੀਕ ਹੈ ਜੀ, ਇਹਦਾ ਮਤਲਬ ਹੈ ਕਿ W1 ਯੂਨੀਅਨ W2 ਨੂੰ ਮੈਂ ਲਿਖ ਸਕਦਾ ਕੈਪੀਟਲ W। ਇਦਾਂ ਹੀ ਆਪਣੇ ਕੋ ਹੈ y ਅਗਰ W2 ਨੂੰ ਬਿਲੋਂਗ ਕਰ ਰਿਹਾ ਤੇ y W1 ਯੂਨੀਅਨ W2 ਨੂੰ ਵੀ ਬਿਲੋਂਗ ਕਰੇਗਾ ਤੇ y ਆਪਣੇ ਕੋ ਬਿਲੋਂਗ ਕਰੇਗਾ ਕੈਪੀਟਲ W ਨੂੰ। ਹੁਣ ਮੈਨੂੰ ਇਹ ਪਤਾ ਲੱਗ ਗਿਆ ਕਿ x ਤੇ y ਦੋਨੋਂ ਸੈਟ ਆਪਣੇ ਕੋ W ਨੂੰ ਬਿਲੋਂਗ ਕਰ ਰਹੇ ਨੇ, ਤੇ ਜੇ ਦੋਨੋਂ W ਨੂੰ ਬਿਲੋਂਗ ਕਰ ਰਹੇ ਨੇ ਤੇ ਅੰਡਰ ਦਾ ਕਲੋਜ਼ਡ ਮਲਟੀ, ਮੈਂ ਪਹਿਲੀ ਪ੍ਰੋਪਰਟੀ ਦੱਸੀ ਸੀ, ਕਿਹੜੀ ਪ੍ਰੋਪਰਟੀ ਸੀ? ਅੰਡਰ ਦਾ ਐਡੀਸ਼ਨ ਦੈਟ ਇਜ਼ ਅ ਕਲੋਜ਼ਡ ਪ੍ਰੋਪਰਟੀ। ਅਗਰ ਕੋਈ ਦੋ ਐਲੀਮੈਂਟ W ਨੂੰ ਬਿਲੋਂਗ ਕਰ ਰਹੇ ਆ ਤੇ ਉਹਨਾਂ ਦਾ ਐਡੀਸ਼ਨ ਵੀ W ਨੂੰ ਬਿਲੋਂਗ ਕਰੇਗਾ। ਦਿਸ ਇਜ਼ ਅ ਕਲੋਜ਼ਡ ਅੰਡਰ ਦਾ ਐਡੀਸ਼ਨ।
ਤੇ x1 plus y, x plus y that is also belongs to the w1 union of w2। ਹੁਣ x plus y ਤਾਂ ਚਲੋ ਮੈਂ ਮੰਨ ਲਿਆ ਕਿ x ਤੇ y ਦਾ ਦੋਨਾਂ ਦਾ ਸਮ ਜਿਹੜਾ ਹੈ w1 ਤੇ union w2 ਨੂੰ ਬਿਲੋਂਗ ਕਰ ਰਿਹਾ। ਹੁਣ ਕੁਐਸਚਨ ਇਹ ਰਾਈਜ਼ ਹੁੰਦਾ ਹੈ ਕਿ x ਜਿਹੜਾ x plus y ਹੈ ਕਿ ਉਹ w1 ਦਾ ਸੈੱਟ ਹੋਏਗਾ ਜਾਂ ਉਹ w2 ਦਾ ਸੈੱਟ ਹੋਏਗਾ। ਕੁਐਸਚਨ ਤਾਂ ਹੁਣ ਇਹ ਰਾਈਜ਼ ਹੋ ਗਿਆ ਨਾ ਕਿ ਇਹਨਾਂ ਦੋਨਾਂ ਦਾ ਤਾਂ ਸਮ ਆਪਣਾ ਚਲੋ w1 union w2 ਦੇ ਵਿੱਚੋਂ ਆ ਗਿਆ, ਬਟ ਜਿਹੜਾ ਐਲੀਮੈਂਟ ਬਣਿਆ x plus y ਜਾਂ ਉਹ w1 ਦਾ ਐਲੀਮੈਂਟ ਹੋਏਗਾ ਜਾਂ ਉਹ w2 ਦਾ ਐਲੀਮੈਂਟ ਹੋਏਗਾ। ਚਲੋ ਮੈਂ ਮੰਨ ਲੈਂਦਾ, ਇੱਥੇ ਆਪਾਂ ਫੇਰ ਲੈ ਲੈਂਦੇ ਕਿ ਪਹਿਲੇ ਕੇਸ ਲੈ ਲੈਂਦਾ ਕਿ ਇਹ x plus y w1 ਦਾ ਐਲੀਮੈਂਟ ਹੈ। ਜੇਕਰ x plus y w1 ਦਾ ਐਲੀਮੈਂਟ ਹੈ, ਇਟ ਮੀਨਸ ਕਿ w1 ਦੇ ਵਿੱਚ ਐਲੀਮੈਂਟ ਕਿੱਦਾਂ ਦੇ ਹੋ ਗਏ, x plus y ਵੀ ਹੋ ਗਿਆ ਤੇ x ਵੀ ਹੋ ਗਿਆ, ਤੇ ਇਹਨਾਂ ਦੋਨਾਂ ਦੀ ਆਪਣੇ ਕੋਲ ਸਬਸਪੇਸ ਹੈ, w1 ਇਜ਼ ਸਬਸਪੇਸ ਹੈ। ਇਟ ਮੀਨਸ ਕਿ ਅਗਰ ਸਬਸਪੇਸ ਹੈ ਤੇ ਉਹ ਵਾਲੀ ਪ੍ਰੋਪਰਟੀ ਕਰ ਸਕਦੇ ਕਿ x minus y ਵੀ ਆਪਣੇ ਕੋਲ ਬਿਲੋਂਗ ਕਰੇਗਾ w1 ਨੂੰ। ਹੁਣ x plus y, ਹੁਣ ਇੱਕ ਐਲੀਮੈਂਟ ਇਹ ਹੋ ਗਿਆ x plus y ਮਾਈਨਸ ਦੂਸਰਾ ਐਲੀਮੈਂਟ ਹੋ ਗਿਆ x, ਤੇ ਇਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੋਏਗਾ ਉਹ ਵੀ w1 ਨੂੰ ਬਿਲੋਂਗ ਕਰੇਗਾ। ਤੇ ਜਦੋਂ ਆਪਾਂ ਇਹਨਾਂ ਦੋਨਾਂ ਡਿਫਰੈਂਸ ਕੀਤਾ ਤੇ y ਬਿਲੋਂਗ ਕਰ ਗਿਆ w1 ਨੂੰ, ਬਟ ਆਪਾਂ ਉੱਪਰ ਕੀ ਕਹਿ ਕੇ ਗਏ ਸੀ ਕਿ y ਜਿਹੜਾ ਹੈ ਉਹ w1 ਨੂੰ ਬਿਲੋਂਗ ਨਹੀਂ ਕਰ ਰਿਹਾ। ਹੁਣ ਆਹ ਵਾਲੀ ਕੰਡੀਸ਼ਨ ਤੇ ਆਹ ਵਾਲੀ ਕੰਡੀਸ਼ਨ ਕੰਟਰਾਡਿਕਟ ਕਰ ਗਈ। ਕੰਟਰਾਡਿਕਟ ਦਾ ਮਤਲਬ ਹੈ ਜਿਹੜਾ ਆਪਾਂ ਲੈ ਕੇ ਚੱਲੇ ਸੀ ਉਹ ਆ ਕੇ ਗਲਤ ਪ੍ਰੂਫ ਹੋ ਗਿਆ, ਉਹਨੂੰ ਕਹਿੰਦੇ ਕੰਟਰਾਡਿਕਸ਼ਨ। ਕਹਿੰਦੇ ਕਿ ਆਹ ਵਾਲੀ ਜਿਹੜੀ ਕੰਡੀਸ਼ਨ ਹੈ y ਬਿਲੋਂਗ ਕਰ ਰਿਹਾ w1 ਨੂੰ, ਇਹ ਤਾਂ ਗਲਤ ਹੋ ਗਈ। ਕਿਉਂ? ਕਿਉਂਕਿ ਆਪਾਂ ਤਾਂ ਲੈ ਕੇ ਚੱਲੇ ਸੀਗੇ ਕਿ y does not belongs to w1। ਇਟ ਮੀਨਸ ਕਿ ਆਪਣੇ ਕੋ ਜਿਹੜਾ x plus y ਹੈ ਉਹ w1 ਦਾ ਐਲੀਮੈਂਟ ਨਹੀਂ ਹੋਏਗਾ। ਠੀਕ ਹੈ ਜੀ, ਨਹੀਂ ਹੋਏਗਾ। ਹੁਣ ਅਗਲੇ ਕੇਸ 'ਚ ਦੇਖੋ ਕਿ ਆਪਣੇ ਕੋ x plus y does not belongs to w1। ਹੁਣ ਆਪਣੇ ਕੋ ਅਗਰ w1 ਦਾ ਐਲੀਮੈਂਟ ਨਹੀਂ ਹੈਗਾ ਤੇ ਹੁਣ ਆਪਾਂ ਇਹ ਲੈ ਕੇ ਚੱਲਦੇ ਕਿ x plus y ਚਲੋ w2 ਦਾ ਐਲੀਮੈਂਟ ਹੋਏਗਾ। ਚਲੋ ਇਹ ਹੁਣ w2 ਦੇ ਵਿੱਚ ਕਿੱਦਾਂ ਦੇ ਐਲੀਮੈਂਟ ਹੋ ਗਏ, ਇੱਕ x plus y ਹੋ ਗਿਆ ਤੇ ਦੂਸਰਾ ਆਪਣੇ ਕੋ y ਐਲੀਮੈਂਟ ਹੋਏਗਾ। ਤੇ w2 ਵੀ ਆਪਣੇ ਕੋ ਸਬਸਪੇਸ ਹੈ ਵੈਕਟਰ ਸਪੇਸ ਫੀਲਡ f ਦੀ, ਤੇ ਇਹਦਾ ਮਤਲਬ ਹੈ ਕਿ ਆਪਾਂ ਦੋਨਾਂ ਦਾ ਡਿਫਰੈਂਸ ਜਿਹੜਾ ਲਵਾਂਗੇ ਉਹ ਵੀ w2 ਨੂੰ ਬਿਲੋਂਗ ਕਰੇਗਾ। ਆਪਾਂ ਕਰ ਲਿਆ ਜੀ x plus y minus y ਦਾ ਡਿਫਰੈਂਸ ਲੈ ਲਿਆ, ਉਹ w2 ਨੂੰ ਬਿਲੋਂਗ ਕਰ ਰਿਹਾ। ਹੁਣ x plus y minus y, y ਨਾਲ y ਕੈਂਸਲ ਹੋ ਗਿਆ, ਹੁਣ x ਬਿਲੋਂਗ ਕਰ ਗਿਆ w2 ਨੂੰ। ਹੁਣ ਦੇਖੋ ਇੱਥੇ ਤਾਂ ਆਪਾਂ ਕਹਿ ਰਹੇ x ਬਿਲੋਂਗ ਕਰ ਗਿਆ w2 ਨੂੰ, ਬਟ ਆਪਾਂ ਉੱਪਰ ਵਾਲੀ ਕੰਡੀਸ਼ਨ 'ਚ ਲੈ ਕੇ ਚੱਲੇ ਸੀ ਕਿ x does not belongs to w1। ਹੁਣ ਇਹ ਤਾਂ ਇੱਥੇ ਫੇਰ ਕੰਟਰਾਡਿਕਸ਼ਨ ਹੋ ਗਈ, ਜੋ ਆਪਾਂ ਲੈ ਕੇ ਚੱਲੇ ਸੀ ਉਹਦੇ ਆਪੋਜ਼ਿਟ ਆ ਗਿਆ, ਇਹ ਮੀਨਸ ਕਿ ਕੰਟਰਾਡਿਕਸ਼ਨ ਹੋ ਗਈ। ਇਟ ਮੀਨਸ ਕਿ ਜਿਹੜਾ x plus y ਆ ਉਹ does not belongs to w2। ਇਹਦਾ ਮਤਲਬ ਹੈ ਕਿ ਜਿਹੜਾ x plus y ਹੈ ਨਾ ਉਹ w1 ਦਾ ਐਲੀਮੈਂਟ ਹੈ ਨਾ ਉਹ w2 ਦਾ ਐਲੀਮੈਂਟ ਹੈ। ਇਟ ਮੀਨਸ ਕਿ ਆਪਣੇ ਕੋਲ ਜੇ ਨਹੀਂ ਹੈਗਾ ਐਲੀਮੈਂਟ ਇੱਕ ਦੂਜੇ ਦਾ, ਫਿਰ ਕੰਟਰਾਡਿਕਸ਼ਨ ਹੋ ਗਈ। ਕਿਉਂ? ਕਿਉਂਕਿ ਆਪਾਂ ਇਹ ਲੈ ਕੇ ਚੱਲੇ ਸੀ ਕਿ x ਤੇ y ਦੋਨੋਂ ਆਪਣੇ ਕੋਲ w1 ਤੇ w2 ਦੇ ਸਮ ਦੇ ਬਰਾਬਰ ਹੈ। ਫਿਰ ਕੰਟਰਾਡਿਕਸ਼ਨ ਹੋ ਗਈ, x plus y ਆਪਾਂ ਲੈ ਕੇ ਚੱਲੇ ਸੀਗੇ w1 ਦੇ ਬਿਲੋਂਗ ਕਰ ਰਿਹਾ ਹੈ, ਬਟ ਉਹ w1 ਨੂੰ ਵੀ ਬਿਲੋਂਗ ਨਹੀਂ ਕਰ ਰਿਹਾ, w2 ਨੂੰ ਵੀ ਬਿਲੋਂਗ ਨਹੀਂ ਕਰ ਰਿਹਾ। ਇਟ ਮੀਨਸ ਕਿ ਉਹ ਕੰਟਰਾਡਿਕਸ਼ਨ ਹੋ ਗਈ ਸੈਕਿੰਡ ਵਾਲੀ ਥਰਡ ਵਾਲੀ ਇਕੁਏਸ਼ਨ। ਥਰਡ ਵਾਲੀ ਇਕੁਏਸ਼ਨ ਕਿਹੜੀ ਆ? ਆ ਵਾਲੀ, ਇਹ ਵਾਲੀ ਇਕੁਏਸ਼ਨ 'ਚ ਫਿਰ ਕੰਟਰਾਡਿਕਸ਼ਨ ਹੋ ਗਈ। ਇਟ ਮੀਨਸ ਕਿ ਜੋ ਆਪਾਂ ਮੰਨ ਕੇ ਚੱਲੇ ਸੀਗੇ ਕਿ w1 is a subset, is neither the w1 is a subset of w2 nor is a w2 is a subset of w1। ਇਹਦਾ ਮਤਲਬ ਜੋ ਆਪਾਂ ਸਪੋਜ਼ ਕੀਤਾ ਸੀ ਉਹ ਗਲਤ ਹੈ। ਇਟ ਮੀਨਸ ਕਿ ਆਪਣੇ ਕੋ ਜੇ ਉਹ ਗਲਤ ਹੈ, ਇਟ ਮੀਨਸ ਕਿ w1 is a subset of w2 ਹੋਏਗਾ ਜਾਂ w2 is a subset of w1। ਆਪਣੀ ਸਪੋਜੀਸ਼ਨ ਇੱਥੇ ਰੋਂਗ ਹੋ ਜਾਂਦੀ ਹੈ ਤੇ ਆਪਣੇ ਕੋ w1 is a subset of w2 ਹੋਏਗਾ ਜਾਂ w2 is a subset of w1 ਹੋਏਗਾ। ਹੁਣ ਆਪਣੇ ਕੋ ਫਸਟ ਪਾਰਟ ਤੱਕ ਆਪਣੇ ਕੋ ਕੰਪਲੀਟ ਹੋ ਗਿਆ ਜਿਸ 'ਚ ਆਪਾਂ ਸਬਸਪੇਸ ਪ੍ਰੂਵ ਕਰਨਾ ਸੀ। ਹੁਣ ਸੈਕਿੰਡ ਵਾਲੇ ਪਾਰਟ ਦੇ ਵਿੱਚ ਹੈ ਕਿ ਆਪਣੇ ਕੋ ਜੋ ਆਪਾਂ ਪ੍ਰੂਵ ਕੀਤਾ ਸੀ, ਹੁਣ ਪ੍ਰੂਵ ਕੀ ਕੀਤਾ ਆਪਾਂ, w1 ਸਬਸੈਟ ਆਫ w2 ਔਰ w2 is a subset of w1। ਹੁਣ ਇਹ ਚੀਜ਼ ਆਪਾਂ ਗਿਵਨ ਲੈ ਕੇ ਚੱਲਣੀ ਹੈ ਤਾਂ ਆਪਾਂ ਪ੍ਰੂਵ ਕਰਨਾ ਹੈ ਕਿ w1 ਯੂਨੀਅਨ w2 is a subspace of V। ਕਨਵਰਸ ਪਾਰਟ ਹੈ, ਸਪੋਜ਼ ਕਰ ਲਿਆ। ਹੁਣ ਗਿਵਨ ਕੀ ਹੈ ਆਪਣੇ ਕੋਲ, w1 is a subset of w2 ਔਰ w2 is a subset of w1। ਤੇ ਆਪਾਂ ਪ੍ਰੂਵ ਕੀ ਕਰਨਾ ਕਿ ਇਹਨਾਂ ਦੋਨਾਂ ਦਾ ਯੂਨੀਅਨ ਉਹ ਵੀ ਸਬਸਪੇਸ ਹੈ VF ਦੇ। ਹੁਣ ਦੇਖੋ ਗਿਵਨ ਕੀ ਹੈ, ਗਿਵਨ ਤੋਂ ਹੀ ਸ਼ੁਰੂ ਕਰਦੇ ਹਾਂ ਕਿ w1 is a subset of w2। ਇਹਦਾ ਮਤਲਬ ਹੈ ਕਿ ਜਿੰਨੇ ਵੀ w1 ਦੇ ਐਲੀਮੈਂਟ ਹੈ ਉਹ ਸਾਰੇ w2 ਦੇ ਵਿੱਚ ਲਾਈ ਕਰੂਗੇ ਜਾਂ ਉਹ ਬਰਾਬਰ ਹੋ ਸਕਦਾ ਸੈਟ। ਤੇ ਇਹਦਾ ਮਤਲਬ ਹੈ ਕਿ ਇਹਨਾਂ ਦੋਨਾਂ ਦਾ ਯੂਨੀਅਨ ਹੋਏਗਾ ਉਹ ਵੀ w2 ਹੋਏਗਾ। ਕਿਉਂ? ਕਿਉਂਕਿ ਹੁਣ ਦੇਖੋ ਮੈਂ ਕਹਿੰਦਾ ਕਿ w1 ਦੇ ਵਿੱਚ ਆਪਣੇ ਕੋਲ ਦੋ ਹੈ, a ਤੇ b ਹੈ। ਹੁਣ w2 ਦੇ ਵਿੱਚ ਐਲੀਮੈਂਟ ਹੈਗੇ ਆ a b x ਤੇ y।
ਇਹਦਾ ਮਤਲਬ ਮੈਨੂੰ ਇਹ ਹੋ ਗਿਆ ਕਿ W1 ਦੇ ਜਿੰਨੇ ਵੀ ਐਲੀਮੈਂਟ ਉਹ ਸਾਰੇ ਹੋ ਗਏ W2 ਦੇ ਵਿੱਚ। ਇਟ ਮੀਨਸ ਕਿ ਜੇ W1 ਦੇ ਸਾਰੇ ਐਲੀਮੈਂਟ W2 ਦੇ ਵਿੱਚ ਹੋਏਗਾ ਤੇ ਜੇ ਮੈਂ ਇਹਨਾਂ ਦੋਨਾਂ ਦਾ ਯੂਨੀਅਨ ਕਰਦਾ ਹਾਂ ਉਹ ਵੀ ਤਾਂ ਆਪਣੇ ਕੋਲ W2 ਦੇ ਬਰਾਬਰ ਹੋਏਗਾ ਕਿਉਂਕਿ W2 ਇਜ਼ ਦਾ ਕੰਪਲੀਟ ਸੈਟ। ਇਹਦੇ ਸੈਕੰਡ ਇਕੁਏਸ਼ਨ ਤੋਂ ਲੈ ਲਓ W2 ਇਜ਼ ਅ ਸਬਸੈਟ ਆਫ W1। ਹੁਣ W2 ਇਜ਼ ਅ ਸਬਸੈਟ ਆਫ W1 ਹੈ। ਹੁਣ ਆਪਣੇ ਕੋਲ ਕਿ W2 ਦੇ ਐਲੀਮੈਂਟ ਆਪਣੇ ਕੋਲ ਹੋ ਗਏ A ਤੇ B। ਹੁਣ W1 ਦੇ ਵਿੱਚ ਆਪਣੇ ਕੋਲ ਹੋ ਗਿਆ A B X ਤੇ Y। ਇਹਦਾ ਮਤਲਬ ਹੋ ਗਿਆ ਕਿ W2 ਇਜ਼ ਅ ਸਬਸੈਟ ਆਫ W1 ਤੇ W1 ਜੇ ਯੂਨੀਅਨ ਆਪਾਂ W2 ਕਰਾਂਗੇ ਉਹ W1 ਦੇ ਬਰਾਬਰ ਹੋਏਗਾ। ਹੁਣ ਆਪਣੇ ਕੋਲ ਇਹ ਹੋ ਗਿਆ ਕਿ ਅਗਰ ਮੈਂ W1 ਤੇ W2 ਦਾ ਯੂਨੀਅਨ ਕਰਦਾ ਹਾਂ ਤੇ ਉਹ ਆਪਣੇ ਕੋਲ ਜਾਂ ਉਹ W2 ਦੇ ਬਰਾਬਰ ਹੋਏਗਾ ਜਾਂ W1 ਦੇ ਬਰਾਬਰ ਹੋਏਗਾ। ਇਟ ਮੀਨਸ ਕਿ ਆਪਣੇ ਕੋਲ W1 ਤੇ W2 ਆਪਣੇ ਕੋਲ ਪਹਿਲੇ ਹੀ ਸਬਸਪੇਸ ਦਿੱਤੀਆਂ ਹੋਈਆਂ ਵੈਕਟਰ ਫੀਲਡ F ਦੇ। ਇਟ ਮੀਨਸ ਕਿ ਉਹਨਾਂ ਦਾ ਯੂਨੀਅਨ ਵੀ ਆਪਣੇ ਕੋਲ ਸਬਸਪੇਸ ਹੋਏਗਾ ਅੰਡਰ ਦਾ ਐਡੀਸ਼ਨ ਐਂਡ ਸਕਿਲਰ ਮਲਟੀਪਲੀਕੇਸ਼ਨ ਆਫ ਵੈਕਟਰ ਫੀਲਡ F ਤੇ। ਤੇ ਸਾਡੇ ਕੋਲ ਇੱਥੇ ਪਾਰਟ ਕੰਪਲੀਟ ਹੋ ਜਾਂਦਾ ਹੈ ਜੀ, ਕਨਵਰਸ ਪਾਰਟ। ਸਮਝ ਆ ਗਿਆ?